ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਕਿ ਸਾਨੂੰ ਸਤ ਸੰਗਤ ਇਹ ਆਪਣੇ ਚਰਨਾਂ ਵਿੱਚ ਬਹਿਣ ਦਾ ਮੌਕਾ ਬਖਸ਼ਿਸ਼ ਕੀਤਾ, ਕਿਉਂਕਿ ਸੰਸਾਰ ਦੇ ਵਿੱਚ ਸਾਡਾ ਜੋ ਆਉਣ ਦਾ ਮੇਨ ਕਾਰਨ ਹੈ ਉਹ ਇਹੀ ਹੈ ਕਿ ਸੰਸਾਰ ਦੇ ਵਿੱਚੋਂ ਆਪਾਂ ਲਾਹਾ ਲੈ ਕੇ ਜਾਣਾ। ਲਾਹਾ ਕੀ ਹੈ? ਜਗ ਮੇਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ। ਸੰਸਾਰ ਦੇ ਵਿੱਚ ਲਾਹਾ ਕੀ ਹੈ? ਇੱਕ ਨਾਮ ਦਾ। ਸੋ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਜੋ ਆਪਣਾ ਭੇਤ ਹੈ ਉਹ ਸੰਤਾਂ ਸਾਧੂਆਂ ਨੂੰ ਬਖਸ਼ਿਸ਼ ਕੀਤਾ ਹੈ, ਤੇ ਜਿਹੜੇ ਸੰਤ ਤੇ ਸਾਧੂ ਹੁੰਦੇ ਨੇ ਉਹਨਾਂ ਨੇ ਇਹ ਰਸਤਾ ਜਿਹੜਾ ਇਹ ਮਾਰਗ ਤੈਅ ਕੀਤਾ ਹੁੰਦਾ। ਫਿਰ ਉਹਨਾਂ ਨੂੰ ਇਸ ਰਸਤੇ ਬਾਰੇ ਪੂਰਾ ਗਿਆਨ ਹੁੰਦਾ, ਜਿਹਨੂੰ ਮਹਾਰਾਜ ਸਮਝਾਉਂਦੇ ਹਰ ਕਾ ਸੰਤ ਹਰ ਹੀ ਜੈਸਾ। ਸੰਤ ਵਿੱਚ ਰੱਬ ਵਿੱਚ ਕੋਈ ਫਰਕ ਨਹੀਂ ਹੁੰਦਾ। ਜਦੋਂ ਸਾਨੂੰ ਮਾਲਕ ਦਾ ਜੋ ਰਸਤਾ ਹੈ ਇਹ ਪਤਾ ਲੱਗ ਗਿਆ ਕਿ ਆਪਾਂ ਕਾਹਦੇ ਵਾਸਤੇ ਆਏ, ਪਰਮਾਤਮਾ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਉਹਦੇ ਨਾਲ ਮਿਲਾਪ ਹੋਣਾ, ਇਹ ਸਾਨੂੰ ਗਿਆਨ ਆ ਗਿਆ। ਫਿਰ ਉਸ ਨੂੰ ਜਗਿਆਸੂ ਕਹਿੰਦੇ ਨੇ ਵੀ ਇਹ ਜਾਣ ਗਿਆ ਸਭ ਕੁਝ, ਪਰ ਤੁਰਿਆ ਹਜੇ ਨਹੀਂ। ਜਦੋਂ ਫਿਰ ਉਹ ਰਸਤਾ ਜਾਣ ਕੇ ਸੰਤ ਸਾਧੂ ਦਾ ਸੰਗ ਹੁੰਦਾ ਹੈ, ਉਹ ਫਿਰ ਆਪਾਂ ਨੂੰ ਸ਼ਬਦ ਦਾ ਅਭਿਆਸ ਕਰਨਾ ਦੱਸਦੇ ਨੇ। ਜੋ ਗੁਰਬਾਣੀ ਗੁਰੂ ਦਾ ਉਪਦੇਸ਼ ਹੈ ਇਹ ਸਿੱਧਾ ਸਾਨੂੰ ਸਮਝ ਨਹੀਂ ਆਉਂਦਾ, ਕਿਉਂਕਿ ਗੁਰਬਾਣੀ ਗੁਰੂ ਜੋ ਹੈ ਇਹ ਥਾਰ ਸਮੁੰਦਰ ਹੈ, ਇਹਦਾ ਅੰਤ ਕੋਈ ਨਹੀਂ ਪਾ ਸਕਦਾ। ਹੁਣ ਜੋ ਗੁਰਬਾਣੀ ਗੁਰੂ ਦਾ ਉਪਦੇਸ਼ ਹੈ ਉਹ ਸਾਨੂੰ ਸੰਤ ਜਿਹੜੇ ਹੁੰਦੇ ਨੇ ਸੌਖਾ ਕਰਕੇ ਸਮਝਾ ਦਿੰਦੇ ਨੇ। ਸੰਤ ਫਿਰ ਸਾਨੂੰ ਜੁਗਤਾਂ ਦੱਸਦੇ ਨੇ ਵੀ ਕਿਸੇ ਤਰੀਕੇ ਤੁਸੀਂ ਉਸ ਮਾਲਕ ਦੀ ਉਸਤਤ ਕਰਨੀ ਹੈ ਤੇ ਕਿਸੇ ਤਰੀਕੇ ਤੁਸੀਂ ਉਸ ਮਾਲਕ ਦੇ ਨਾਲ ਤੁਸੀਂ ਪਿਆਰ ਪਾਉਣਾ। ਜਦੋਂ ਫਿਰ ਸਾਡਾ ਮਨ ਜਗਿਆਸੂ ਬਣਦਾ, ਇਹ ਭੇਤ ਲੈਂਦਾ, ਫਿਰ ਸੰਤ ਇਹਨੂੰ ਦੱਸ ਦਿੰਦੇ ਵੀ ਤੂੰ ਭਾਈ ਇਸ ਤਰੀਕੇ ਨਾਮ ਜਪਣਾ। ਜਦੋਂ ਫਿਰ ਮਨ ਆਪਣਾ ਉਸ ਤਰੀਕੇ ਨਾਮ ਜਪਣਾ ਸ਼ੁਰੂ ਕਰਦਾ, ਫਿਰ ਜੋ ਸੰਤਾਂ ਦਾ ਉਪਦੇਸ਼ ਹੁੰਦਾ ਹੈ ਉਹ ਨਾਮ ਜਪਣ ਤੋਂ ਬਾਅਦ ਫਿਰ ਜਿਹੜਾ ਸਾਡਾ ਮਨ ਜਦੋਂ ਤੁਰਦਾ ਨਾਮ ਜਪਦਾ ਹੈ ਉਸ ਨੂੰ ਭਗਤ ਕਿਹਾ ਜਾਂਦਾ। ਕਿ ਭਗਤੀ ਕਰਨ ਲੱਗ ਪਿਆ, ਉਹ ਭਗਤ ਹੈ।
ਹੁਣ ਜਦੋਂ ਆਪਾਂ ਭਗਤੀ ਕਰਦੇ, ਹੁਣ ਆਪਾਂ ਸਾਰੇ ਜਾਣੇ ਭਗਤੀ ਕਰਦੇ ਆ, ਆਪਾਂ ਭਗਤ ਹੈ ਸਾਰੇ ਜਾਣੇ ਰੱਬ ਦੇ। ਭਗਤ ਉਸ ਨੂੰ ਕਿਹਾ ਜਾਂਦਾ ਕਿ ਜਿਹੜਾ ਯਾਤਰਾ ਦੇ ਉੱਪਰ ਤੁਰ ਪੈਂਦਾ। ਹੁਣ ਭਗਤ ਤੋਂ ਗਾਹਾਂ ਜਦੋਂ ਭਗਤ ਭਗਤੀ ਕਰ ਕਰਕੇ ਜਪ ਕੇ ਉਸ ਮਾਲਕ ਤੱਕ ਪਹੁੰਚ ਜਾਂਦਾ, ਮਾਲਕ ਦੇ ਨਾਲ ਮਿਲਾਪ ਹੋ ਜਾਂਦਾ, ਉਸ ਨੂੰ ਸੰਤ ਕਿਹਾ ਗਿਆ ਹੈ। ਜਿਹੜਾ ਮਾਲਕ ਨੂੰ ਜਾਣ ਗਿਆ ਤੇ ਮਾਲਕ ਦੇ ਨਾਲ ਮਿਲਾਪ ਕਰ ਗਿਆ। ਹੁਣ ਜਿਹੜੇ ਸੰਤ ਹੁੰਦੇ ਨੇ, ਇਹਨਾਂ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਹੁਣ ਆਪਾਂ ਮਾਲਕ ਨੂੰ ਮਿਲਣਾ ਹੈ, ਸਾਨੂੰ ਸੰਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਕਿਉਂਕਿ ਮਹਾਰਾਜ ਜੀ ਵੀ ਸਾਨੂੰ ਸਮਝਾਉਂਦੇ, ਕਬੀਰ ਇਸ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਕਿ ਜਿਹੜਾ ਪਰਮਾਤਮਾ ਉਹਨੂੰ ਤਾਂ ਮੁਕਤ ਕਰ ਹੀ ਦੇਣਾ ਸਾਨੂੰ, ਪਰ ਸੰਤ ਨੇ ਸਾਨੂੰ ਨਾਮ ਜਪਾਉਣਾ, ਸਾਨੂੰ ਵਿਧੀਆਂ ਦੱਸਣੀਆਂ। ਜਿੰਨਾ ਅਸੀਂ ਰੱਬ ਦਾ ਸਤਿਕਾਰ ਕਰਦੇ ਹਾਂ, ਉਨਾ ਹੀ ਅਸੀਂ ਇੱਕ ਸੰਤ ਦਾ ਸਤਿਕਾਰ ਕਰਨਾ। ਕਿਉਂਕਿ ਗੁਰਮੁਖ ਪਿਆਰਿਓ, ਜੋ ਸੰਸਾਰ ਦੇ ਵਿੱਚ ਜੋ ਆਪਣਾ ਅਸਲੀ ਦੋਸਤ ਹੈ, ਮਿੱਤਰ ਹੈ ਜਾਂ ਸੱਜਣ ਹੈ, ਉਹ ਹੈ ਕਿ ਜਿਹੜਾ ਸਾਨੂੰ ਰੱਬ ਦੀ ਰਸਤੇ ਉੱਪਰ ਤੋਰਦਾ ਹੈ। ਬਾਬਾ ਕਬੀਰ ਸਾਹਿਬ ਜੀ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ, ਬਾਬਾ ਕਬੀਰ ਸਾਹਿਬ ਜੀ ਫਰਮਾਉਂਦੇ, ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ। ਵੀ ਜਿਹੜਾ ਤੁਹਾਨੂੰ ਉਸ ਪਰਮਾਤਮਾ ਦੀ ਮੱਤ ਦਿੰਦਾ ਹੈ ਤੇ ਪਰਮਾਤਮਾ ਦੇ ਨਾਲ ਜੋੜਦਾ ਹੈ, ਉਹ ਤੁਹਾਡਾ ਸਖਾ ਮਿੱਤਰ ਹੈ। ਹੁਣ ਆਪਾਂ ਸਾਰੇ ਜਾਣਿਆਂ ਨੇ ਮਾਲਕ ਦੇ ਨਾਲ ਮਿਲਾਪ ਕਰਨਾ ਹੈ, ਮਿਲਾਪ ਕਰਨ ਵਾਸਤੇ ਆਏ ਹਾਂ। ਇਹਦੇ ਵਿੱਚ ਕਿ ਅਸੀਂ ਜੋ ਸੰਤ ਹੁੰਦੇ ਨੇ, ਸਾਧੂ ਹੁੰਦੇ ਨੇ, ਜਿਹੜੇ ਮਿਲੇ ਹੋਏ ਨੇ, ਅਸੀਂ ਪਹਿਲਾਂ ਉਹਨਾਂ ਦਾ ਸਤਿਕਾਰ ਕਰਨਾ ਸਿੱਖਣਾ। ਰੱਬ ਦੀ ਤਾਂ ਬਹੁਤ ਦੂਰ ਦੀ ਗੱਲ ਹੈ। 4 ਸਟੇਜਾਂ ਦੇ ਵਿੱਚ ਹੀ ਮਨ ਜਿਹੜਾ ਨਿਕਲ ਕੇ ਆਉਂਦਾ। ਜੇ ਅਸੀਂ 4 ਸਟੇਜਾਂ ਕਵਰ ਕਰ ਲਈਆਂ ਤੇ ਅਸੀਂ ਮਾਲਕ ਦੇ ਨਾਲ ਮਿਲਾਪ ਕਰ ਜਾਣਾ। ਪਹਿਲੀ ਸਟੇਜ ਇਹ ਹੈ ਕਿ ਆਪਾਂ ਆਪਣੇ ਮਾਤਾ ਪਿਤਾ ਦੇ ਕਿੰਨੀ ਕੁ ਹੁਕਮ ਦੇ ਵਿੱਚ ਰਹਿੰਦੇ ਹਾਂ। ਕਿਉਂਕਿ ਜਿਨ੍ਹਾਂ ਦੇ ਮਾਤਾ ਪਿਤਾ ਦੇ ਹੁਕਮ ਦੇ ਨਾਲ, ਉਹਨਾਂ ਦੇ ਸੰਯੋਗ ਦੇ ਨਾਲ ਆਪਣਾ ਇਹ ਤਨ ਤਿਆਰ ਹੋਇਆ, ਇਸ ਸਰੀਰ ਦੇ ਵਿੱਚ ਆਏ ਹਾਂ। ਮਾਤਾ ਪਿਤਾ ਨੇ ਸਾਡਾ ਗੰਦ ਮੂਤ ਚੱਕਿਆ, ਸਾਨੂੰ ਪੜ੍ਹਾਇਆ ਲਿਖਾਇਆ, ਤੇ ਮਾਤਾ ਪਿਤਾ ਜਿਹੜੇ ਸਾਡੇ ਹੈ, ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਅਸੀਂ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਵਰਤਾਓ ਕਰਦੇ ਹਾਂ। ਪਹਿਲਾਂ ਤਾਂ ਪਰਮਾਤਮਾ ਸਾਡੀ ਇੱਥੇ ਪਰਖ ਲੈਂਦਾ। ਦੂਸਰੀ ਪਰਖ ਹੁੰਦੀ ਹੈ ਕਿ ਜਿਹੜੇ ਰੱਬ ਦੇ ਪਿਆਰੇ ਸਾਨੂੰ ਰਸਤਾ ਦੱਸਦੇ ਨੇ, ਇਸ ਰਸਤੇ 'ਤੇ ਤੋਰਦੇ ਨੇ, ਜੀਵਨ ਬਦਲ ਦਿੰਦੇ ਨੇ ਸਾਡਾ। ਪਹਿਲਾਂ ਸਾਡਾ ਜੀਵਨ ਕੀ ਹੁੰਦਾ, ਤੇ ਮੁੜ ਕੇ ਸਾਨੂੰ ਵਿਧੀਆਂ ਦੱਸ ਕੇ, ਆਪਣੀ ਦ੍ਰਿਸ਼ਟੀ ਪਾ ਕੇ, ਅਰਦਾਸ ਬੇਨਤੀ ਕਰਾ ਕੇ ਸਾਨੂੰ ਇਸ ਚਿੱਕੜ ਦੇ ਵਿੱਚੋਂ ਕੱਢ ਕੇ, ਤੇ ਚਿੱਕੜ 'ਚੋਂ ਕੱਢ ਕੇ ਸਾਨੂੰ ਸੱਚ ਨਾਲ ਜੋੜ ਦਿੰਦੇ ਨੇ। ਤੇ ਸਾਨੂੰ ਜੋ ਸੰਸਾਰ ਦਾ ਖੇਲ ਹੈ ਉਹ ਵੀ ਸਮਝ ਆ ਜਾਂਦਾ, ਤੇ ਸਾਨੂੰ ਮਾਲਕ ਦਾ ਖੇਲ ਵੀ ਸਮਝ ਆ ਜਾਂਦਾ। ਉਹ ਸਾਨੂੰ ਜਨਾ ਦਿੰਦੇ ਨੇ, ਉਹ ਸਾਨੂੰ ਰਸਤਾ ਦਿਖਾ ਦਿੰਦੇ ਨੇ। ਜਦੋਂ ਕੋਈ ਵੀ ਜੀਵ ਇਸ ਰਸਤੇ 'ਤੇ ਤੁਰਦਾ ਹੈ, ਉਸ ਨੂੰ ਇੱਕ ਸਹਾਰੇ ਦੀ ਬਹੁਤ ਲੋੜ ਹੈ। ਕੋਈ ਵੀ ਸਹਾਰਾ ਗੁਰਮੁਖ ਬਣੇ, ਫਿਰ ਹੀ ਉਹ ਮਨੁੱਖ ਨਿਕਲ ਸਕਦਾ ਹੈ। ਹੁਣ ਜਦੋਂ ਫਿਰ ਕੋਈ ਗੁਰਮੁਖ ਮਾਲਕ ਡਿਊਟੀ ਲਾਉਂਦਾ ਗੁਰਮੁਖਾਂ ਦੀ, ਵੀ ਭਾਈ ਤੁਸੀਂ ਜਾਓ, ਜਿਹਨੂੰ ਕੱਢਣਾ ਚਾਹੁੰਦਾ, ਉਹ ਫਿਰ ਗੁਰਮੁਖ ਜੋ ਮਾਲਕ ਦਾ ਉਪਦੇਸ਼ ਹੁੰਦੇ ਜਦੋਂ ਉਹ ਦਿੰਦੇ ਹੈ, ਤੇ ਜਦੋਂ ਫਿਰ ਉਹ ਉਪਦੇਸ਼ ਗੁਰਮੁਖ ਮੰਨ ਲੈਣ, ਮੰਨ ਕੇ ਉਹਨਾਂ ਦਾ ਜੀਵਨ ਬਦਲ ਜਾਂਦਾ ਹੈ। ਤੇ ਬਦਲ ਕੇ ਬਾਅਦ ਵਿੱਚ ਆਪਾਂ ਉਸ ਗੁਰਮੁਖ ਦਾ ਵੀ ਸਤਿਕਾਰ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਦਾਸ ਪਹਿਲਾਂ ਇਸ ਮਾਰਗ 'ਤੇ ਚੱਲਿਆ ਸੀ, ਸੋ ਮਾਸਕੜ ਦੇ ਵਿੱਚ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹੋਣਾ ਨੇ, ਜਿਨ੍ਹਾਂ ਨੇ ਸਾਰਾ ਇਹ ਭੇਜ ਦਿੱਤਾ ਤੇ ਇਸ ਰਸਤੇ ਗੁਰਦੁਆਰਾ ਸਾਹਿਬ ਨਾਲ ਜੋੜਿਆ। ਕਿਉਂਕਿ ਉਹਨਾਂ ਗੁਰਮੁਖਾਂ ਦਾ ਰਹਿੰਦੀ ਦੁਨੀਆ ਤੱਕ ਸਤਿਕਾਰ ਹੋਣਾ ਚਾਹੀਦਾ, ਜਿਹੜਾ ਮਾਲਕ ਦੇ ਨਾਲ ਜੋੜਦਾ। ਕਿਉਂਕਿ ਪਰਮਾਤਮਾ ਪਰਖ ਲੈਂਦਾ ਹੈ। ਜਿੰਨਾ ਚਿਰ ਅਸੀਂ ਜਿਹੜੇ ਮਾਲਕ ਦੇ ਸਾਜੇ ਹੋਏ ਨੇ, ਜਿਹੜੇ ਮਾਲਕ ਦਾ ਉਪਦੇਸ਼ ਦਿੰਦੇ ਨੇ, ਜਿੰਨਾ ਚਿਰ ਅਸੀਂ ਉਹਨਾਂ ਦਾ
ਅਸੀਂ ਉਹਨਾਂ ਦਾ ਇੱਜ਼ਤ ਮਾਣ ਨਹੀਂ ਕਰਦੇ, ਉਹਨਾਂ ਚਿਰ ਅਸੀਂ ਅੱਗੇ ਨਹੀਂ ਵੱਧ ਸਕਦੇ। ਸਾਡੀ ਜਿਹੜੀ ਬੰਦਗੀ ਹੈ ਉਹ ਉੱਥੇ ਹੀ ਰੁਕ ਜਾਂਦੀ ਹੈ, ਕਿਉਂਕਿ ਜਿਹੜਾ ਪਰਮਾਤਮਾ ਉਹ ਉੱਥੇ ਵੀ ਰੋਸ ਕਰ ਜਾਂਦਾ। ਕਿਉਂਕਿ ਜਿਨ੍ਹਾਂ ਨੂੰ ਪਰਮਾਤਮਾ ਨੇ ਜਨਾਇਆ, ਜਿਨ੍ਹਾਂ ਨੂੰ ਜ਼ਰੀਆ ਬਣਾ ਕੇ ਸਾਡੇ ਮਨ ਦੇ ਵਿੱਚ ਆਪਣਾ ਗਿਆਨ ਬਖਸ਼ਿਸ਼ ਕੀਤਾ, ਆਪਣੇ ਆਪ ਦਾ ਭੇਦ ਦਿੱਤਾ, ਅਤੇ ਜਦੋਂ ਅਸੀਂ ਉਹਦਾ ਹੀ ਨਹੀਂ ਸਤਿਕਾਰ ਕਰਦੇ, ਫਿਰ ਪਰਮਾਤਮਾ ਸੋਚਦਾ ਵੀ ਜਿਹੜਾ ਮੈਂ ਆਪਣਾ ਗੁਰਮੁਖ ਸੰਤ ਜਨ ਭੇਜਿਆ, ਇਹਨੇ ਤਾਂ ਉਹਦਾ ਹੀ ਸਤਿਕਾਰ ਨਹੀਂ ਕੀਤਾ ਤਾਂ ਮੇਰਾ ਕਿੱਥੇ ਕਰ ਦੇਗਾ। ਸਰਗੁਣ ਦਾ ਜੇ ਆਪਾਂ ਸਤਿਕਾਰ ਨਹੀਂ ਕੀਤਾ ਤਾਂ ਨਿਰਗੁਣ ਦਾ ਆਪਾਂ ਕਿੱਥੋਂ ਪਾ ਲਾਂਗੇ। ਸੋ ਇਸੇ ਤਰੀਕੇ ਜਦੋਂ ਫਿਰ ਮਨ ਸਾਡਾ, ਜਿਹੜੇ ਸਾਨੂੰ ਜਨਾਉਂਦੇ ਨੇ, ਦੱਸਦੇ ਨੇ, ਉਹਨਾਂ ਦਾ ਵੀ ਸਤਿਕਾਰ ਕਰਦਾ ਹੈ, ਫਿਰ ਮਨ ਸਾਡਾ ਅੱਗੇ ਤਰੱਕੀ ਕਰਦਾ ਹੈ। ਉਸ ਤੋਂ ਗਾਹਾਂ ਫਿਰ ਜਿਹੜੇ ਸੰਤ ਹੁੰਦੇ ਨੇ, ਜਦੋਂ ਆਪਾਂ ਪੂਰਨ ਸੰਤਾਂ ਦੇ ਨਾਲ ਮਿਲਾਪ ਕਰਦੇ ਹਾਂ, ਜਿਹੜੇ ਪੂਰਨ ਸੰਤ ਹੁੰਦੇ ਨੇ ਉਹ ਫਿਰ ਸਾਨੂੰ ਅੰਦਰ ਬਹਿਣ ਦੀਆਂ ਅਤੇ ਅੰਦਰੋਂ ਅਨਹਦ ਬਾਣੀ ਸੁਣਨੀ, ਅੰਦਰੋਂ ਮਾਲਕ ਨੂੰ ਵੇਖਣਾ, ਉਹਨੂੰ ਸੁਣਨਾ, ਉਹਦੀਆਂ ਜੁਗਤਾਂ ਦੱਸਦੇ ਨੇ। ਉਹ ਫਿਰ ਸਾਧੂ ਸੰਤ ਆਪਣੀ ਦ੍ਰਿਸ਼ਟੀ ਪਾ ਦਿੰਦੇ ਨੇ। ਫਿਰ ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹਾਂ ਕਿ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਸਾਡਾ ਸਰੀਰ ਤਿਆਰ ਹੋਇਆ, ਪਰ ਮਾਤਾ ਪਿਤਾ ਸਾਨੂੰ ਮੁਕਤ ਨਹੀਂ ਕਰਾ ਸਕਦੇ ਸੰਸਾਰ ਦੇ ਵਿੱਚੋਂ। ਸਤਿਕਾਰ ਹੈ, ਕਿਉਂਕਿ ਮਾਂ ਨੇ ਬੜੇ ਕਸ਼ਟ ਲਏ ਸਾਨੂੰ ਜਨਮ ਦੇਣ ਲੱਗਿਆਂ, ਪਿਤਾ ਵੀ ਕੁੱਲੀ ਬਣ ਕੇ ਸਾਰੀ ਜ਼ਿੰਦਗੀ ਕਮਾਈ ਕਰਦਾ ਰਿਹਾ, ਪਰ ਸਾਨੂੰ ਮੁਕਤ ਨਹੀਂ ਕਰਾ ਸਕਦੇ ਮਾਤਾ ਪਿਤਾ। ਸਤਿਕਾਰ ਕਰਨਾ, ਕਿਉਂਕਿ ਤਨ ਦਾ ਜਨਮ ਮਾਤਾ ਪਿਤਾ ਤੋਂ ਹੋਇਆ ਅਤੇ ਮਨ ਦਾ ਜਨਮ ਉਸ ਅਕਾਲ ਪੁਰਖ ਤੋਂ ਹੋਇਆ, ਵਾਹਿਗੁਰੂ ਤੋਂ। ਹੁਣ ਆਪਾਂ ਸਾਰੇ ਜਾਣੇ ਦੋ ਜਾਣੇ ਆ, ਇੱਕ ਕੀ ਹੈ ਤਨ, ਇੱਕ ਕੀ ਹੈ ਮਨ। ਹੁਣ ਸਾਡੇ ਸਾਰੇ ਜਾਣਿਆਂ ਦੇ ਦੋ ਹੀ ਮਾਤਾ ਪਿਤਾ ਹੈ। ਹੁਣ ਜਿਸ ਤਰ੍ਹਾਂ ਪਿਆਰਿਓ ਆਪਾਂ ਸਾਰੇ ਜਾਣੇ ਬੈਠੇ ਆ, ਸਾਡੇ ਤਨ ਦੇ ਮਾਤਾ ਪਿਤਾ ਕੌਣ ਨੇ? ਜਿਹੜੇ ਆਪਣੇ ਦ੍ਰਿਸ਼ਟਮਾਨ ਦੇ ਵਿੱਚ ਘਰ ਮਾਤਾ ਪਿਤਾ ਜੀ ਆ, ਉਹ ਸਾਡੇ ਤਨ ਦੇ ਮਾਤਾ ਪਿਤਾ ਹੈ, ਕਿਉਂਕਿ ਉਹਨਾਂ ਦੇ ਸੰਯੋਗ ਦੇ ਨਾਲ ਸਾਨੂੰ ਇਹ ਤਨ ਮਿਲਿਆ ਹੈ। ਹੁਣ ਜਿਹੜਾ ਮਨ ਹੈ, ਇਹਦੇ ਮਾਤਾ ਪਿਤਾ ਕੌਣ ਨੇ? ਅਕਾਲ ਪੁਰਖ ਵਾਹਿਗੁਰੂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਉਂਕਿ ਮਨ ਜੋਤ ਹੈ, ਉਹ ਮਾਲਕ ਦਾ ਬੱਚਾ ਹੈ। ਅਤੇ ਜਿੰਨਾ ਚਿਰ ਮਨ ਫਿਰ ਹੁਣ ਜਿਹੜਾ ਤਨ ਦਾ ਮਾਤਾ ਪਿਤਾ ਹੈ, ਉਹ ਤਾਂ ਸਾਡੇ ਕੋਲ ਹੈ ਦ੍ਰਿਸ਼ਟਮਾਨ ਦੇ ਵਿੱਚ। ਹੁਣ ਅਸੀਂ ਸੰਸਾਰ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਜਦੋਂ ਕਦਰ ਕਰਦੇ ਹਾਂ, ਤਨ ਦੇ ਮਾਤਾ ਪਿਤਾ ਦੀ, ਉਦੋਂ ਫਿਰ ਮਾਲਕ ਬੜਾ ਖੁਸ਼ ਹੁੰਦਾ ਹੈ। ਅਤੇ ਜਿਹੜਾ ਮਨ ਹੈ, ਇਹਦੇ ਮਾਤਾ ਪਿਤਾ ਹੈ ਅਕਾਲ ਪੁਰਖ ਵਾਹਿਗੁਰੂ। ਹੁਣ ਜਿਹੜਾ ਮਾਲਕ ਹੈ, ਉਸਨੇ ਹੀ ਸਾਨੂੰ ਮੁਕਤ ਕਰਨਾ ਹੈ ਸੰਸਾਰ ਦੇ ਵਿੱਚੋਂ, ਮਨ ਨੂੰ। ਕਿਉਂਕਿ ਜਿਹੜਾ ਤਨ ਹੈ, ਇਹ ਤਾਂ ਇਸ ਦੇਸ਼ ਦਾ ਹੈ, ਇਹ ਸਰੀਰ ਸਭ ਮੂਲ ਹੈ ਮਾਇਆ, ਇਸ ਦੇਸ਼ ਦਾ ਹੈ ਤਨ, ਇੱਥੇ ਰਹਿ ਜਾਣਾ। ਜਿੱਦਾਂ ਦ੍ਰਿਸ਼ਟਮਾਨ ਦੇ ਵਿੱਚ ਸਾਡੇ ਮਾਤਾ ਪਿਤਾ ਜੀ ਆ, ਉਹ ਸਾਡੇ ਨਾਲ ਨਹੀਂ ਜਾਣੇ। ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਸਵਾਸ ਹੈ, ਉਨਾ ਚਿਰ ਹੀ ਸਾਡੇ ਮਾਤਾ ਪਿਤਾ ਨੇ ਇਸ ਦੇਸ਼ ਵਿੱਚ। ਜਦੋਂ ਅਸੀਂ ਰਾਤ ਨੂੰ ਸੌਂ ਜਾਂਦੇ ਹਾਂ, ਫਿਰ ਸਾਨੂੰ ਨਾ ਆਪਣੇ ਮਾਤਾ ਪਿਤਾ ਦਾ ਭੇਤ ਹੁੰਦਾ ਕਿੱਥੇ ਆ, ਨਾ ਸਾਨੂੰ ਆਪਣੇ ਭੈਣ ਭਾਈ ਦਾ ਭੇਤ ਹੁੰਦਾ ਕਿੱਥੇ ਆ। ਅਤੇ ਜਿਹਨੂੰ ਮਹਾਰਾਜ ਸਾਨੂੰ ਸਮਝਾਉਂਦੇ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਈ ਨਾ ਸਹਾਈ। ਮਹਾਰਾਜ ਕਹਿੰਦੇ ਅੰਤ ਵੇਲੇ ਤੇਰੇ ਨਾਲ ਕੋਈ ਸਹਾਈ ਨਹੀਂ ਹੋਣਾ। ਹੁਣ ਉਸ ਤੋਂ ਬਾਅਦ ਜਿਹੜਾ ਸਾਡਾ ਮਨ ਹੈ, ਇਹਦਾ ਮਾਤਾ ਪਿਤਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਹੁਣ ਤਨ ਦਾ ਮਾਤਾ ਪਿਤਾ ਤਾਂ ਤਨ ਨੂੰ ਮਿਲਦਾ ਦਿੱਲੀ। ਹੁਣ ਆਪਾਂ ਪਿੰਡ ਜਾਂਦੇ ਹਾਂ, ਮਾਤਾ ਪਿਤਾ ਦੇ ਕੋਲ ਰਹਿੰਦੇ ਹਾਂ, ਪਰ ਜਿਹੜਾ ਮਨ ਹੈ, ਇਹਦਾ ਮਾਤਾ ਪਿਤਾ ਵਿਛੜਿਆ ਜੁਗਾਂ ਜਗੰਤਰਾਂ ਤੋਂ। ਅਤੇ ਇਹਨੂੰ ਹੁਣ ਮਨ ਨੂੰ ਬਾਰੀ ਮਿਲੀ ਹੋਈ ਹੈ ਕਿ ਤੂੰ ਇਸ ਜਾਮੇ ਦੇ ਵਿੱਚ ਤੂੰ ਆਪਣੇ ਮਾਤਾ ਪਿਤਾ ਨਾਲ ਮਿਲਾਪ ਕਰ ਲਾ। ਹੁਣ ਮਹਾਰਾਜ ਸਮਝਾਉਂਦੇ, ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕੀਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਸਮਝਾਉਂਦੇ ਵੀ ਹੁਣ ਤੈਨੂੰ ਵਾਰੀ ਮਿਲੀ ਹੈ, ਇੱਕ ਸਮਾਂ ਮਿਲਿਆ ਹੈ। ਹੁਣ ਇਸ ਸਮੇਂ ਦੇ ਵਿੱਚ ਜਿਹੜਾ ਤੇਰਾ ਮਨ ਹੈ, ਇਹਨੂੰ ਆਪਣੇ ਮਾਤਾ ਪਿਤਾ ਦੇ ਨਾਲ ਮਿਲਾ ਦੇ। ਇਸ ਤੋਂ ਵੱਡੀ ਕੋਈ ਦੁਨੀਆ 'ਤੇ ਭਗਤੀ ਨਹੀਂ ਹੈਗੀ। ਹੁਣ ਜਦੋਂ ਗੁਰਮੁਖ ਪਿਆਰਿਓ ਅਸੀਂ ਸੰਤਾਂ ਦਾ ਸੰਗ ਕਰਦੇ ਹਾਂ ਆਪਾਂ ਸਾਰੇ ਜਣੇ, ਜਦੋਂ ਅਸੀਂ ਸੰਤਾਂ ਦਾ ਸੰਗ ਕਰਦੇ ਹਾਂ, ਅਤੇ ਜਿਹੜੇ ਸੰਤ ਹੁੰਦੇ ਨੇ
ਉਹ ਫਿਰ ਮਨ ਜਿਹੜਾ ਆ ਮਨ ਨੂੰ ਇਸ ਸੰਸਾਰ 'ਚੋਂ ਆਜ਼ਾਦ ਕਰਾਉਂਦੇ ਨੇ। ਜਿਸ ਤਰ੍ਹਾਂ ਮਾਤਾ ਨੇ ਜਨਮ ਦਿੱਤਾ ਹੈ, ਮਾਤਾ ਬੱਚੇ ਨੂੰ ਪਾਲਦੀ ਵੀ ਹੈ, ਆਪ ਸੁੱਕੇ ਥਾਂ ਗਿੱਲੇ ਥਾਂ ਪੈਂਦੀ ਹੈ ਤੇ ਬੱਚੇ ਨੂੰ ਸੁੱਕੇ ਥਾਂ ਪਾਉਂਦੀ ਹੈ। ਇਸੇ ਤਰ੍ਹਾਂ ਮਾਤਾ ਜਿਹੜੀ ਹੁੰਦੀ ਹੈ ਉਹ ਬੱਚੇ ਦੇ ਮਲ ਮੂਤਰ ਵੀ ਸਾਫ਼ ਕਰਦੀ ਹੈ। ਮਾਂ ਦਾ ਦੇਣ ਨਹੀਂ ਕੋਈ ਦੁਨੀਆ 'ਤੇ ਦੇ ਸਕਦਾ। ਆਪਾਂ ਆਮ ਵੀ ਜਾਣਦੇ ਇਹ ਗੱਲ ਨੂੰ ਕਿ ਮਾਂ ਬੱਚੇ ਨੂੰ ਜਨਮ ਵੀ ਦਿੰਦੀ, ਉਹਦਾ ਗੰਦ ਮੂਤ ਸਾਫ਼ ਵੀ ਕਰਦੀ ਹੈ। ਇਸੇ ਤਰ੍ਹਾਂ ਜਿਹੜੀ ਸਾਡਾ ਸੰਤ ਹੈ ਉਹ ਉਹਦਾ ਵੀ ਅਸੀਂ ਦੇਣ ਨਹੀਂ ਦੇ ਸਕਦੇ ਜ਼ਿੰਦਗੀ ਵਿੱਚ, ਕਿਉਂਕਿ ਜਿਹੜਾ ਸੰਤ ਹੈ ਉਹ ਸਾਡੇ ਜਿਹੜੇ ਔਗਣ ਆ ਉਹ ਕੱਟ ਦਿੰਦਾ, ਸਾਡੇ ਔਗਣ ਨਹੀਂ ਦੇਖਦਾ। ਜਦੋਂ ਸੰਤ ਜਿਹੜੇ ਹੁੰਦੇ ਨੇ ਉਹ ਸਾਡੇ ਕਦੀ ਔਗਣ ਨਹੀਂ ਦੇਖਦੇ ਕਿ ਬੱਚੇ ਵਿੱਚ ਕਿੰਨੇ ਕੁ ਔਗਣ ਨੇ, ਨਹੀਂ ਦੇਖਦੇ। ਉਹ ਸਾਡੇ ਉੱਤੇ ਕਿਰਪਾ ਕਰਕੇ ਦਿਆਲੂ ਹੋ ਕੇ ਸਾਨੂੰ ਜੁਗਤ ਵਿਧੀ ਦੱਸ ਕੇ ਇਸ ਸੰਸਾਰ ਦੇ ਬੇੜੇ ਦੇ ਵਿੱਚੋਂ ਪਾਰ ਲੰਘਾ ਦਿੰਦੇ ਨੇ। ਜਿਸ ਤਰ੍ਹਾਂ ਸਾਡੇ ਹੁਣ ਮੌਜੂਦਾ ਮੁਖੀ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਦਰਮਾਲਾ, ਜਿਨ੍ਹਾਂ ਦੇ ਸੰਯੋਗ ਦੇ ਨਾਲ ਦਾਸ ਇੱਥੇ ਪਹੁੰਚਿਆ, ਜੋ ਆਪਾਂ ਵਿਚਾਰ ਕਰਦੇ ਸਾਰਾ ਉਹਨਾਂ ਦਾ ਸੰਯੋਗ ਹੈ। ਤੇ ਐਸੇ ਗੁਰਮੁਖਾਂ ਦਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਦੇਣ ਨਹੀਂ ਦੇ ਸਕਦਾ। ਜਿਸ ਤਰ੍ਹਾਂ ਹੁਣ ਭਾਈ ਸਾਹਿਬ ਵੱਡੇ ਹੋਣਾ ਨੇ ਕਿਰਪਾ ਕੀਤੀ, ਭਾਈ ਸੇਵਾ ਸਿੰਘ ਜੀ ਨੇ, ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡੇ ਸੰਸਾਰ ਦੇ ਵਿੱਚ ਅਸੀਂ ਆਏ ਕਾਹਦੇ, ਸੋਝੀ ਸਾਨੂੰ ਦਿੱਤੀ ਗੁਰਬਾਣੀ ਗੁਰੂ ਦੁਆਰਾ। ਉਹਨਾਂ ਨੇ ਆਪ ਖੋਜ ਕੀਤੀ ਤੇ ਸਾਨੂੰ ਵੀ ਦੱਸਿਆ ਇਸੇ ਤਰ੍ਹਾਂ ਤੁਸੀਂ ਮਾਲਕ ਨਾਲ ਮਿਲਾਪ ਕਰੋ। ਐਸੇ ਸੰਤਾਂ ਦਾ ਕੋਈ ਜ਼ਿੰਦਗੀ ਵਿੱਚ ਦੇਣ ਨਹੀਂ ਦੇ ਸਕਦਾ, ਲੇਕਿਨ ਹੱਥ ਜੋੜ ਕੇ ਸਤਿਕਾਰ ਹੀ ਹੈ। ਹੁਣ ਪਰਮਾਤਮਾ ਦੇਖਦਾ ਹੈ ਕਿ ਜਿਹੜੇ ਰਾਹੀਂ ਇੱਕ ਜਰੀਆ ਬਣਾਇਆ ਮੈਂ, ਜਰੀਆ ਕੀ ਹੈ, ਮਾਲਕ ਨੂੰ ਮਿਲਣ ਵਾਸਤੇ ਆਪਣਾ ਕੋਈ ਉਹਨੇ ਜਰੀਆ ਬਣਾ ਕੇ ਜਿਹੜੇ ਮਨੁੱਖ ਨੂੰ ਭੇਜਿਆ ਜਾਂ ਡਾਕੀਆ ਕਹਿ ਲਓ। ਹੁਣ ਇਹ ਉਹਦਾ ਹੀ ਨਹੀਂ ਸਤਿਕਾਰ ਕਰਦਾ, ਇਹ ਉਹਦਾ ਹੀ ਨਹੀਂ ਸਤਿਕਾਰ ਕਰਦਾ ਤੇ ਫਿਰ ਮੇਰਾ ਕਿੱਥੋਂ ਕਰੂ ਪਰਮਾਤਮਾ, ਇਹ ਵੀ ਦੇਖਦਾ। ਉੱਥੇ ਵੀ ਸਾਡੀ ਭਗਤੀ ਰੁਕ ਜਾਂਦੀ ਹੈ। ਹੁਣ ਆਪਾਂ ਸਾਰੇ ਜਾਣਿਆਂ ਨੇ ਕੋਸ਼ਿਸ਼ ਕਰਨੀ ਹੈ ਵੀ ਆਪਾਂ ਸੰਤਾਂ ਦਾ, ਸਾਧੂਆਂ ਦਾ, ਭਗਤਾਂ ਦਾ ਸਤਿਕਾਰ ਵੀ ਕਰਨਾ, ਮਾਤਾ ਪਿਤਾ ਦਾ ਵੀ ਸਤਿਕਾਰ ਕਰਨਾ। ਇਕੱਲੀ ਬੰਦਗੀ ਨੇ ਸਾਨੂੰ ਆਜ਼ਾਦ ਨਹੀਂ ਕਰਾਉਣਾ, ਨਾਲ ਸਾਨੂੰ ਦਵਾਈ ਦੇ ਨਾਲ ਸਾਨੂੰ ਪਰਹੇਜ਼ ਵੀ ਬਹੁਤ ਜ਼ਰੂਰੀ ਹੈ। ਜੇ ਅਸੀਂ ਮੰਨ ਲਓ ਬੰਦਗੀ ਕਰਦੇ ਹਾਂ ਤੇ ਨਾਲ ਅਸੀਂ ਪਰਹੇਜ਼ ਨਹੀਂ ਰੱਖਦੇ ਤੇ ਸਾਨੂੰ ਆਰਾਮ ਨਹੀਂ ਆਉਣਾ। ਮੰਨ ਲਓ ਦਵਾਈ ਖਾ ਲਈ, ਉਹਦੇ ਨਾਲ ਪਰਹੇਜ਼ ਨਹੀਂ ਰੱਖੇ, ਸਾਨੂੰ ਆਰਾਮ ਨਹੀਂ ਆਉਣਾ, ਭਾਵੇਂ ਲੱਖ ਦਵਾਈ ਖਾਈ ਚਲੀਏ ਆਪਾਂ। ਹੁਣ ਜਦੋਂ ਫਿਰ ਅਸੀਂ ਮਾਲਕ ਦੇ ਜਿਹੜੇ ਸਾਜੇ ਨਵਾਜੇ ਹੁੰਦੇ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰਮਾਤਮਾ ਬਹੁਤ ਖੁਸ਼ ਹੋ ਜਾਂਦਾ। ਅੱਧੀ ਬੰਦਗੀ ਤਾਂ ਸਾਡੀ ਉੱਦਾਂ ਹੀ ਮਾਲਕ ਸਾਨੂੰ ਬਖਸ਼ਿਸ਼ ਕਰ ਦਿੰਦਾ, ਸਾਨੂੰ ਸੌਖਾ ਕਰ ਦਿੰਦਾ ਵੀ ਜਿਹੜੇ ਸਾਧੂ ਸੰਤ ਮੈਂ ਭੇਜੇ ਸੀ ਇਹਨਾਂ ਨੇ ਇਸ ਮਨ ਨੇ ਉਹਨਾਂ ਦਾ ਸਤਿਕਾਰ ਕੀਤਾ। ਸੰਤਾਂ ਦਾ ਸਤਿਕਾਰ ਸਾਰੀ ਜ਼ਿੰਦਗੀ ਆਪਾਂ ਕਰਨਾ ਹੈ, ਕਿਉਂਕਿ ਸੰਤਾਂ ਨੇ ਸਾਨੂੰ ਆਜ਼ਾਦ ਕਰਾਉਣਾ ਹੈ। ਜਿਸ ਤਰ੍ਹਾਂ ਹੁਣ ਤਨ ਦਾ ਮਾਤਾ ਪਿਤਾ ਹੈ ਦ੍ਰਿਸ਼ਟਮਾਨ ਦੇ ਵਿੱਚ, ਹੁਣ ਮਨ ਦਾ ਜਿਹੜਾ ਮਾਤਾ ਪਿਤਾ ਹੈ ਉਹ ਅਕਾਲ ਪੁਰਖ, ਤੇ ਪਰ ਵਿੱਚ ਵਿਚੋਲਾ ਕੌਣ ਹੈ, ਸੰਤ। ਤੇ ਸੰਤ ਨੇ ਸਾਨੂੰ ਮਾਲਕ ਤੱਕ ਪਹੁੰਚਾਉਣਾ ਹੈ। ਤੇ ਜੇ ਅਸੀਂ ਵਿਚੋਲੇ ਦਾ ਸਤਿਕਾਰ ਨਹੀਂ ਕਰਾਂਗੇ ਤੇ ਸਾਡਾ ਪਰਮਾਤਮਾ ਨਾਲ ਰਿਸ਼ਤਾ ਕਿੱਦਾਂ ਹੋਊ, ਕਿਉਂਕਿ ਜਿਹੜਾ ਹੁਣ ਵਿਚੋਲਾ ਹੁੰਦਾ ਉਹ ਰਿਸ਼ਤਾ ਕਰਾਉਂਦਾ। ਤੇ ਜੇ ਵਿਚੋਲੇ ਦੀ ਨਹੀਂ ਅਸੀਂ ਗੱਲ ਮੰਨਾਂਗੇ, ਵਿਚੋਲੇ ਦਾ ਸਤਿਕਾਰ ਨਹੀਂ ਕਰਾਂਗੇ, ਜੇ ਸਾਡਾ ਵਿਆਹ ਹੋ ਗਿਆ ਤੇ ਕੱਲ੍ਹ ਨੂੰ ਅਸੀਂ ਵਿਚੋਲੇ ਨੂੰ ਕੱਢ ਕੇ ਵਿੱਚੋਂ ਮਾਰਿਆ ਤੇ ਫਿਰ ਵਿਚੋਲੇ ਦਾ ਵੀ ਦਿਲ ਦੁਖਦਾ ਵੀ ਭਾਈ ਮੈਂ ਤਾਂ ਇਹਦਾ ਵਿਆਹ ਵੀ ਕੀਤਾ, ਲਾਵਾਂ ਵੀ ਕਰਵਾਈਆਂ, ਇਹਦਾ ਸਾਰਾ ਕੁਝ ਕੀਤਾ, ਇਹ ਬਾਅਦ 'ਚੋਂ ਮੈਨੂੰ ਕੱਢ ਕੇ ਬਾਹਰ ਮਾਰਿਆ। ਤੇ ਫਿਰ ਉਹ ਤਲਾਕ ਤੱਕ ਵੀ ਨੌਕਸ ਪਹੁੰਚ ਜਾਂਦੀ ਹੈ, ਕਿਉਂਕਿ ਜਿਹੜਾ ਵਿਚੋਲਾ ਹੁੰਦਾ ਹੈ ਉਹਦੇ ਵਿਸ਼ਵਾਸ ਹੁੰਦੇ ਦੋਨਾਂ ਧਿਰਾਂ ਦੇ। ਜਿਸ ਤਰ੍ਹਾਂ ਹੁਣ ਸੰਤ ਨੇ ਮਾਲਕ ਦੇ ਅੱਗੇ ਵੀ ਫਰਿਆਦ ਕਰਨੀ ਹੈ ਕਿ ਪਰਮਾਤਮਾ ਇਹ ਬੱਚਾ ਹੈ, ਮਨ ਬੱਚਾ ਹੈ, ਸਾਨੂੰ ਪਤਾ ਨਹੀਂ ਕਿੱਦਾਂ ਮਾਲਕ ਅੱਗੇ ਬੇਨਤੀ ਕਰਵਾ ਕੇ ਸਾਡੇ ਮਨ ਨੂੰ ਆਜ਼ਾਦ ਕਰਾਉਣਾ, ਮਾਲਕ ਤੱਕ ਪਹੁੰਚਾਉਣਾ, ਉਹਨੇ ਕਿੱਦਾਂ ਵਿਧੀਆਂ ਦੱਸਣੀਆਂ, ਕਿਉਂਕਿ ਪਹਿਲਾਂ ਮਨ ਸਾਡਾ ਰੁਕਿਆ ਹੁੰਦਾ, ਸਾਡੀ ਬੰਦਗੀ ਰੁਕੀ ਹੁੰਦੀ ਹੈ। ਸੰਤ ਫਰਿਆਦ ਕਰਦੇ ਮਾਲਕ ਦੇ ਅੱਗੇ, ਸੰਤ ਖੁਸ਼ ਹੋ ਜਾਂਦੇ ਆ। ਜੇ ਮਾਲਕ ਨਾਲ ਕੋਈ ਚੀਜ਼ ਦੇਣੀ ਚਾਹਵੇ ਤੇ ਸੰਤ ਧੱਕੇ ਨਾਲ ਵੀ ਦੇ ਸਕਦੇ, ਕਿਉਂਕਿ ਮਾਲਕ ਦੇ ਵਿੱਚ ਤੇ ਸੰਤ ਵਿੱਚ ਫਰਕ ਕੋਈ ਨਹੀਂ, ਉਹ ਫਿਰ ਸੰਤ ਖੁਸ਼ ਹੋ ਜਾਂਦੇ ਆ। ਇਸੇ ਕਰਕੇ ਗੁਰਮੁਖ ਪਿਆਰਿਓ, ਆਪਾਂ ਸੰਸਾਰ ਦੇ ਵਿੱਚ ਜਿਹੜੇ ਰੱਬ ਦੇ ਪਿਆਰੇ ਆ, ਜਿਹੜੇ ਸਾਨੂੰ ਰਸਤਾ ਦੱਸਦੇ ਆ, ਉਹ ਸਾਡੇ ਮਿੱਤਰ ਹੈ। ਹੁਣ ਜਿਹੜੇ ਸਾਨੂੰ ਠੇਕੇ ਨੂੰ ਖੜਦੇ ਆ, ਸਾਨੂੰ ਦਾਰੂ ਪਿਲਾਉਂਦੇ ਆ, ਸਾਨੂੰ ਗਲਤ ਪਾਸੇ ਲੈ ਜਾਂਦੇ, ਉਹ ਸਾਡੇ ਦੁਸ਼ਮਣ ਹੈ। ਇਹ ਅੱਜ ਤੋਂ ਤੁਸੀਂ ਸਾਰੇ ਜਾਣਿਆਂ ਨੇ ਗੱਲ ਨੂੰ ਮਨ 'ਚ ਬਿਠਾ ਲੈਣਾ ਕਿ ਸਾਡੇ ਦੁਸ਼ਮਣ ਕੌਣ ਨੇ, ਜਿਹੜੇ ਸਾਨੂੰ ਗਲਤ ਪਾਸੇ ਲੈ ਕੇ ਜਾਂਦੇ, ਠੇਕੇ 'ਤੇ ਲੈ ਕੇ ਜਾਂਦੇ, ਦਾਰੂ ਪਿਲਾਉਂਦੇ ਨੇ। ਤੇ ਸਾਡੇ ਜਿਹੜੇ ਪਿਆਰ ਭਰੇ ਆ, ਸਾਡੇ ਜਿਹੜੇ ਗੁਰਮੁਖ ਆ, ਜਿਹੜਾ ਸਾਡੇ ਭਲਾ ਸੋਚਦੇ ਆ, ਤੇ ਉਹ ਕੌਣ ਨੇ,
ਉਹ ਹੈਗੇ ਨੇ ਜਿਹੜੇ ਸਾਨੂੰ ਮਾਲਕ ਨਾਲ ਜੋੜਦੇ ਨੇ, ਉਹ ਸਾਡੇ ਮਿੱਤਰ ਨੇ, ਉਹੀ ਸਾਡੇ ਭਰਾ ਨੇ, ਉਹੀ ਸਾਡਾ ਸਭ ਕੁਝ ਹੈ, ਕਿਉਂਕਿ ਉਹ ਸਾਨੂੰ ਸੱਚ ਦੇ ਨਾਲ ਜੋੜਦੇ ਆ। ਤੇ ਸੱਚ ਨਾਲ ਜੋੜਨ ਵਾਲੇ ਤੁਹਾਨੂੰ ਸੰਸਾਰ 'ਚ ਘੱਟ ਮਿਲਣੇ ਨੇ, ਤੇ ਕੂੜ ਨਾਲ ਜੋੜਨ ਵਾਲੇ ਤਾਂ ਘਰ ਘਰ ਹੀ ਹੈਗੇ ਆ। ਜਿਸ ਤਰ੍ਹਾਂ ਆਪਾਂ ਘਰ ਘਰ ਦੇ ਵਿੱਚ ਦੇਖਦੇ ਹਾਂ, ਕੋਈ ਮਾਲਕ ਦਾ ਨਾਮ ਨਹੀਂ, ਕੋਈ ਬੰਦਗੀ ਨਹੀਂ, ਕੋਈ ਬਿਰਲਾ ਘਰ। ਇਸੇ ਤਰ੍ਹਾਂ ਜਿਹੜੇ ਮਾਲਕ ਦੇ ਰਸਤੇ ਤੇ ਚੱਲਦੇ ਨੇ ਗੁਰਮੁਖ ਪਿਆਰਿਓ, ਉਹ ਤੁਹਾਡੇ ਮਿੱਤਰ ਨੇ। ਤੇ ਜਿਹੜੇ ਤੁਹਾਨੂੰ ਗਲਤ ਪਾਸੇ ਲੈ ਕੇ ਜਾਵੇ, ਤੁਹਾਨੂੰ ਗਲਤ ਮਤ ਦੇਵੇ, ਉਦੋਂ ਤੁਸੀਂ ਮਨ 'ਚ ਯਾਦ ਕਰ ਲੈਣਾ ਕਿ ਇਹ ਸਾਡੇ ਦੁਸ਼ਮਣ ਨੇ। ਤੇ ਹੁਣ ਆਪਾਂ ਸਾਰੇ ਜਾਣਿਆਂ ਨੇ ਮਾਲਕ ਦੇ ਨਾਲ ਮਿਲਾਪ ਕਰਨ ਵਾਸਤੇ ਆਏ ਆ, ਤੇ ਸਾਰੇ ਜਾਣਿਆਂ ਨੇ ਜਿਹੜੇ ਸਾਨੂੰ ਰਸਤਾ ਦੱਸਦੇ ਨੇ ਉਹਨਾਂ ਦਾ ਸਤਿਕਾਰ ਕਰਨਾ, ਤੇ ਸੰਤਾਂ ਦਾ ਸਤਿਕਾਰ ਕਰਨਾ, ਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ। ਤਾਂ ਸਾਡੇ ਜਿਹੜੀ ਸੰਸਾਰ ਦੇ ਵਿੱਚ ਆਏ ਆ, ਇਹ ਯਾਤਰਾ ਜਿਹੜੀ ਹੈ ਇਹ ਸੰਪੂਰਨ ਹੋਣੀ ਹੈ। ਜੇ ਇੱਕ ਵੀ ਸਟੇਜ ਤੇ ਆਪਾਂ ਰੁਕ ਗਏ ਕਿਸੇ ਪਾਸਿਓਂ ਵੀ, ਕਿਉਂਕਿ ਪੰਜਾਂ ਦਾ ਖੇਲ ਹੈ, ਪੰਜਾਂ ਦਾ ਘੇਰਾ ਹੈ, ਇਹਨੀ ਦਾ ਘੇਰਾ ਕੱਸਣਾ ਹੀ ਹੈ। ਇਹਨੀ ਤੁਹਾਨੂੰ ਸੰਤਾਂ ਦੇ ਵਿੱਚ ਵੀ ਔਗਣ ਦਿਖਾ ਦੇਣੇ ਆ। ਪਰ ਜੇ ਕਿਤੇ ਗੁਰਮੁਖ ਪਿਆਰਿਓ ਸੰਤ ਸਾਡੇ ਤੇ ਗੁੱਸੇ ਹੋ ਜਾਵੇ ਨਾ, ਤਰਾਜ ਹੋ ਜਾਵੇ, ਤੇ ਕੋਈ ਐਸਾ ਨਹੀਂ ਕਿ ਜਿਹੜਾ ਸੰਤ ਦੇ ਵਚਨ ਕੱਟ ਕੇ ਸਾਨੂੰ ਮਾਲਕ ਨਾਲ ਮਿਲਾ ਦੇਵੇ। ਇਸ ਕਰਕੇ ਜਿਹੜੇ ਸੰਤ ਹੁੰਦੇ, ਆਪਾਂ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖਣਾ। ਉਹਨਾਂ ਨੇ ਖੁਸ਼ ਕਿਹੜੀ ਚੀਜ਼ ਦੇ ਵਿੱਚ ਹੋਣਾ? ਸਿਮਰਨ ਬੰਦਗੀ ਆਪਾਂ ਕਰਾਂਗੇ, ਉਹਨਾਂ ਦੇ ਹੁਕਮ 'ਚ ਰਵਾਂਗੇ, ਤੇ ਉਹਨਾਂ ਨੂੰ ਆਪਾਂ ਖੁਸ਼ ਰੱਖਣਾ, ਉਹਨਾਂ ਦੇ ਵਚਨ ਕਮਾਉਣੇ, ਤੇ ਜ਼ਿੰਦਗੀ ਤੱਕ ਉਹਨਾਂ ਦਾ ਸਤਿਕਾਰ ਕਰਨਾ। ਤੇ ਜੇ ਸੰਤ ਦਾ ਸਤਿਕਾਰ ਕਰਨਾ ਸਿੱਖ ਲਿਆ ਆਪਾਂ, ਤੇ ਵਾਹਿਗੁਰੂ ਤਾਂ ਫਿਰ ਸਾਨੂੰ ਆਟੋਮੈਟਿਕ ਹੀ ਮਿਲ ਜਾਣਾ, ਕਿਉਂਕਿ ਆਪਾਂ ਸੰਤਾਂ ਦਾ ਸਤਿਕਾਰ ਕਰ ਲਿਆ ਤੇ ਰੱਬ ਦਾ ਸਤਿਕਾਰ ਕਰ ਲਿਆ। ਤੇ ਰੱਬ ਦੇ ਵਿੱਚ ਤੇ ਸੰਤ ਦੇ ਵਿੱਚ ਫਰਕ ਨਹੀਂ। ਇਸੇ ਕਰਕੇ ਤੁਸੀਂ ਸੰਸਾਰ ਦੇ ਵਿੱਚ ਹੁਣ ਪਰਖ ਰੱਖਣੀ ਸਾਰੇ ਗੁਰਮੁਖਾਂ ਨੇ। ਹੁਣ ਤੋਂ ਤੁਸੀਂ ਇਹ ਵੀ ਸੋਚਣਾ ਜਾ ਕੇ ਕਿ ਸਾਡੇ ਦੋਸਤ ਕੌਣ ਨੇ, ਸਾਡੇ ਮਿੱਤਰ ਕੌਣ ਨੇ। ਇਹ ਤੁਸੀਂ ਇਕੱਲਿਆਂ ਨੇ ਬੈਠ ਕੇ, ਕਰਮ ਤੇ ਬੈਠ ਕੇ, ਕਿਤੇ ਵੀ ਤੁਸੀਂ ਬੈਠੇ ਹੋ, ਇਹ ਸੋਚਣਾ ਵੀ ਸਾਡਾ ਮਿੱਤਰ ਕੌਣ ਹੈ। ਮਿੱਤਰ ਉਹ ਜਿਹੜਾ ਤੁਹਾਨੂੰ ਰੱਬ ਨਾਲ ਜੋੜੇ, ਦੁਸ਼ਮਣ ਉਹ ਜਿਹੜਾ ਤੁਹਾਨੂੰ ਠੇਕਿਆਂ ਵਿਕਾਰਾਂ ਨਾਲ ਜੋੜੇ। ਠੀਕ ਹੈ ਜੀ। ਇੰਨੇ ਕੁ ਵਿਚਾਰ ਕਰਦੇ ਗੁਰਮੁਖ ਪਿਆਰਿਓ, ਇੱਕ ਨਹੀਂ ਅਨੇਕ ਗਲਤੀਆਂ ਹੋਈਆਂ, ਆਪ ਜੀ ਬਖਸ਼ਣਾ ਜੀ। ਗੁਰਬਾਣੀ ਗੁਰੂ ਦੁਆਰਾ ਸਾਡੇ ਬਹੁਤ ਸਤਿਕਾਰਯੋਗ ਪੂਰਨ ਸਾਧੂ ਸੰਤ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਦਰਮਾਲਾ ਤੇ ਮੌਜੂਦਾ ਮੁਖੀ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਦਰਮਾਲਾ, ਇਹਨਾਂ ਗੁਰਮੁਖਾਂ ਦੇ ਸਤਿਕਾਰ ਦੇ ਨਾਲ ਸਾਨੂੰ ਇਹ ਸਾਰਾ ਕੁਝ ਗੁਰਮੁਖ ਮਿਲਿਆ, ਉਹਨਾਂ ਦਾ ਹੀ ਹੈ। ਸੋ ਇੰਨੇ ਕੁ ਵਚਨ ਕਰਦੇ, ਇੱਕ ਨਹੀਂ ਅਨੇਕ ਗਲਤੀਆਂ ਹੋਈਆਂ ਮਾਫ਼ ਕਰਨਾ। ਆਓ ਫਿਰ ਆਪਾਂ ਹੁਣ ਥੋੜ੍ਹਾ ਜਿਹਾ ਅਭਿਆਸ ਕਰਕੇ ਫਿਰ ਸਮਾਪਤੀ ਕਰੀਏ। ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ